ਕਿ ਜਿੰਨੇ ਵਿਜ਼ਟਰ ਇੱਥੇ ਆਉਂਦੇ ਆ ਉਹਨਾਂ ਨੂੰ ਜਿਹੜਾ ਵਾ ਜੀ ਕਮਰਸ਼ੀਅਲ ਜਿਹੜਾ ਟਰੱਕ ਦਾ ਲਾਇਸੈਂਸ ਨਾ ਦਿੱਤਾ ਜਾਵੇ। ਉਹ ਵੀ ਸਾਡਾ ਗਵਰਨਮੈਂਟ ਨੇ ਇੱਕ ਬਿੱਲ ਲੈ ਕੇ ਆਂਦਾ ਵਾ। ਜਿਹੜੇ ਕਮਰਸ਼ੀਅਲ ਜਿੰਨੇ ਵੀ ਹੈਗੇ ਆ ਜਿਹੜੇ ਵਿਜ਼ਟਰ ਇੱਥੇ ਆਉਂਦਾ ਉਹਨਾਂ ਨੂੰ ਕਮਰਸ਼ੀਅਲ ਟਰੱਕ ਦਾ ਲਾਇਸੈਂਸ ਨਹੀਂ ਮਿਲੂਗਾ। ਠੀਕ ਹੈ, ਸਾਡੇ 3 ਘੰਟਿਆਂ ਦੀ ਕੀਮਤ $30, ਉਹਨਾਂ ਦਾ ਅੱਧਾ ਘੰਟਾ ਵੇਸਟ ਹੋ ਗਿਆ, ਉਹਦੀ ਕੀਮਤ $300। ਸੋ ਜਿੰਨੇ ਵੀ ਜਿਹੜੇ ਡਰਾਈਵਿੰਗ ਸਕੂਲ ਹੈਗੇ ਆ ਜਾਂ ਹੋਰ ਜਿਹੜੇ ਇਹ ਜਿਹੜਾ ਬਿੱਲ ਆ ਜੀ ਸੇਫਟੀ ਨੂੰ ਇੰਪੈਕਟ ਕਰੂਗਾ, ਲੇਕਿਨ ਸਾਰੇ ਆਪਣੇ ਵੀਰ ਭੈਣ ਜਾਣਦੇ ਆ ਕਿ ਇਹਦਾ ਸੇਫਟੀ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ। ਤੇ ਜੇ ਗਾਂ ਬ੍ਰੋਕਰ ਵੀ ਕਹਿ ਦੂਗਾ ਵੀ ਸਾਨੂੰ ਨਹੀਂ ਬਚ ਰਿਹਾ, ਤੇ ਫੇਰ ਆਪਾਂ ਕਾਹਨੂੰ ਇਸ ਕੰਮ ਦੇ ਵਿੱਚ ਫਿਰ ਹੋਰ ਕੋਈ ਧੰਦਾ ਲੱਭ ਲੈਨੇ ਆਪਾਂ। ਅਸੀਂ ਨਹੀਂ ਚਾਹੁੰਦੇ ਕਿ ਕੋਈ ਵੀ ਬੰਦਾ ਵਿਜ਼ਟਰ ਇੱਥੇ ਆ ਕੇ ਕਮਰਸ਼ੀਅਲ ਲਾਇਸੈਂਸ ਇਹਨਾਂ ਸਰਕਾਰਾਂ ਕਰਕੇ ਲੈ ਕੇ ਤੇ ਇੱਥੇ ਮੌਤ ਦਾ ਨੰਗਾ ਨਾਚ ਹਾਈਵੇਜ਼ ਦੇ ਉੱਤੇ ਹੋਵੇ। ਓਨਰ ਆਪਰੇਟਰ ਦੀ ਤਾਂ ਯਾਰ ਕੀ ਕਹੀਏ, ਮਤਲਬ ਐਸੀ ਹਾਲਤ ਕੀਤੀ ਹੈ, ਨਾ ਘਰ ਦਾ ਨਾ ਘਾਟ ਦਾ, ਉਹ ਛੱਡਿਆ ਇਹਨਾਂ ਨੇ ਕਰਕੇ। ਕੈਨੇਡਾ ਵਿੱਚ ਵਧੀਆ ਪੇ ਰੇਟਸ ਵਾਲੀਆਂ ਜੌਬ ਦੀ ਗੱਲ ਕੀਤੀ ਜਾਵੇ ਤਾਂ ਇਹਨਾਂ ਵਿੱਚੋਂ ਟਰੱਕਿੰਗ ਦੀ ਜੌਬ ਇੱਕ ਅਜਿਹੀ ਜੌਬ ਹੈ ਜਿੱਥੇ ਵਧੀਆ ਤਨਖਾਹ ਵੀ ਮਿਲਦੀ ਹੈ, ਜਿਸ ਦੇ ਕਰਕੇ ਅਸੀਂ ਕਹਿ ਸਕਦੇ ਹਾਂ ਕਿ ਕੈਨੇਡਾ ਵਿੱਚ ਬਹੁਤੀ ਵਾਰੀ ਪੜ੍ਹੇ ਲਿਖੇ ਨੌਜਵਾਨ ਆਪਣੀ ਵਾਈਟ ਕਾਲਰ ਜੌਬ ਛੱਡ ਕੇ ਟਰੱਕਿੰਗ ਇੰਡਸਟਰੀ ਵੱਲ ਦਾ ਰੁਖ ਕਰਦੇ ਨੇ ਤੇ ਟਰੱਕਿੰਗ ਲਾਇਸੈਂਸ ਲੈਣ ਨੂੰ ਤਰਜੀਹ ਦਿੰਦੇ ਨੇ। ਪਰ ਜੇਕਰ ਤੁਸੀਂ ਵੀ ਕੈਨੇਡਾ ਵਿੱਚ ਆ ਕੇ ਇਸ ਵਕਤ ਆਪਣਾ ਭਵਿੱਖ ਟਰੱਕਿੰਗ ਇੰਡਸਟਰੀ ਵਿੱਚ ਤਲਾਸ਼ਣ ਦੀ ਕੋਸ਼ਿਸ਼ ਕਰ ਰਹੇ ਹੋ ਤਾਂ ਤੁਹਾਨੂੰ ਟਰੱਕਿੰਗ ਇੰਡਸਟਰੀ ਨਾਲ ਜੁੜੇ ਤਾਜ਼ਾ ਮਾਮਲਿਆਂ ਦੀ ਵੀ ਜਾਣਕਾਰੀ ਹੋਣਾ ਬਹੁਤ ਜ਼ਰੂਰੀ ਹੈ, ਕਿਉਂਕਿ ਭਾਵੇਂ ਕਹਿਣ ਨੂੰ ਇਸ ਜੌਬ ਦੇ ਵਿੱਚ ਬਹੁਤ ਜ਼ਿਆਦਾ ਵਧੀਆ ਤਨਖਾਹ ਮਿਲਦੀ ਹੈ, ਪਰ ਇਸ ਦੇ ਕਈ ਅਜਿਹੇ ਮਾਮਲੇ ਨੇ ਜੋ ਕਿ ਇਸ ਵਕਤ ਜਾਣਨੇ ਬਹੁਤ ਜ਼ਰੂਰੀ ਨੇ, ਕਿਉਂਕਿ ਹੁਣ ਟਰੱਕਿੰਗ ਇੰਡਸਟਰੀ ਵਿੱਚ ਵੀ ਸ਼ੋਸ਼ਣ ਹੋਣ ਲੱਗ ਪਿਆ ਹੈ। ਇਸ ਤੇ ਪੇਸ਼ ਹੈ ਜੀ ਹਮਦਰਦ ਟੀਵੀ ਦੀ ਇੱਕ ਖਾਸ ਰਿਪੋਰਟ। ਜਦੋਂ ਕਰੋਨਾ ਵਾਇਰਸ ਕਰਕੇ ਬਹੁਤ ਸਾਰੇ ਕੰਮਕਾਰ ਬੰਦ ਹੋ ਗਏ ਸੀ ਤਾਂ ਉਸ ਵੇਲੇ ਫਰੰਟ ਲਾਈਨ ਵਰਕਰਸ ਦਾ ਹਰ ਕੋਈ ਧੰਨਵਾਦ ਕਰ ਰਿਹਾ ਸੀ, ਕਿਉਂਕਿ ਉਹ ਆਪਣੀ ਜਾਨ ਜੋਖਮ 'ਚ ਪਾ ਕੇ ਦੂਜਿਆਂ ਲਈ ਕੰਮ ਕਰ ਰਹੇ ਸੀ ਤੇ ਇਹਨਾਂ ਵਿੱਚੋਂ ਹੀ ਇੱਕ ਰਹੇ ਨੇ ਸਾਡੇ ਟਰੱਕ ਡਰਾਈਵਰਸ, ਜਿਸ ਤੇ ਚੱਲਦਿਆਂ ਇਹਨਾਂ ਦਾ ਵੀ ਧੰਨਵਾਦ ਕੀਤਾ ਗਿਆ। ਪਰ ਹੁਣ ਜੇਕਰ ਧਰਾਤਲ ਸੱਚਾਈ ਦੀ ਗੱਲ ਕੀਤੀ ਜਾਵੇ ਤਾਂ ਇਹ ਕੁਝ ਹੋ ਰਹੀ ਹੈ। ਦਿਨ ਰਾਤ ਆਪਣੀ ਜਾਨ ਜੋਖਮ 'ਚ ਪਾ ਕੇ ਡਰਾਈਵਿੰਗ ਦਾ ਕਿੱਤਾ ਕਰਨ ਵਾਲੇ ਟਰੱਕ ਡਰਾਈਵਰਸ ਵੀ ਸ਼ੋਸ਼ਣ ਦਾ ਸ਼ਿਕਾਰ ਹੋ ਰਹੇ ਨੇ, ਜਿਸ ਤੇ ਚੱਲਦਿਆਂ ਇਸ ਸ਼ੋਸ਼ਣ ਨੂੰ ਖਤਮ ਕਰਨ ਲਈ ਬੀਤੇ ਦਿਨੀ ਬ੍ਰੈਂਪਟਨ ਦੇ ਟ੍ਰਿਨਿਟੀ ਮਾਲ ਵਿਖੇ ਇੱਕ ਮੀਟਿੰਗ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਟਰੱਕਿੰਗ ਇੰਡਸਟਰੀ ਨਾਲ ਜੁੜੇ ਲੋਕ ਸ਼ਾਮਿਲ ਹੋਏ ਅਤੇ ਇਹਨਾਂ ਦੇ ਮਸਲਿਆਂ ਨੂੰ ਚੁੱਕਣ ਅਤੇ ਉਸ ਦੇ ਹੱਲ ਲਈ ਕੈਨੇਡੀਅਨ ਟਰੱਕਰ ਐਸੋਸੀਏਸ਼ਨ ਦਾ ਆਯੋਜਨ ਕੀਤਾ ਗਿਆ, ਜਿਸ ਅਧੀਨ ਖਾਸ ਤੌਰ ਤੇ ਟਰੱਕ ਡਰਾਈਵਰਸ ਦੇ ਮਸਲਿਆਂ ਦੀ ਗੱਲ ਕੀਤੀ ਜਾਏਗੀ। ਘੱਟ ਤਨਖਾਹ ਤੋਂ ਲੈ ਕੇ ਕੰਪਨੀਆਂ ਵੱਲੋਂ ਕੀਤੇ ਜਾ ਰਹੇ ਸ਼ੋਸ਼ਣ ਦਾ ਮਾਮਲਾ ਹੋਵੇ ਜਾਂ ਬਣਦੇ ਪੈਸੇ ਨਾ ਦੇਣ ਦਾ, रूट्स से वॉशरूम एक्सेस ना मिलन दा मामला होवे या फिर एयर ब्रेक एंडोर्समेंट दा मसला होवे, इस मीटिंग विच सारियां ही मसलियां नूं चुक्या गया। बाकी आपां इत्थे ना मेन अपना जिहड़ा पर्पस आ, मेन मुद्दा आ जिहड़ा ਉਹ ट्रकिंग ਨੂੰ ਲੈ ਕੇ ਆ। ट्रकिंग ਦੇ ਵਿੱਚ ਜਿਹੜੀਆਂ ਆਪਾਂ ਨੂੰ ਦਰਪੇਸ਼ ਮੁਸ਼ਕਲਾਂ ਆ ਰਹੀਆਂ ਆ, ਚਾਹੇ ਉਹ ਮਸਲੇ ਆਪਣੇ ਪੇ ਦੇ ਹੋਣ, ਸੇਫਟੀ ਦੇ ਹੋਣ, ਚਾਹੇ ਉਹ ਗਵਰਨਮੈਂਟ ਨਾਲ ਰਿਲੇਟਡ ਇਸ਼ੂ ਹੋਣ। ਸਾਡੇ ਵਿੱਚ ਇੱਥੇ MPP ਅਮਰਜੋਤ ਸੰਧੂ ਹੋਣੀ ਪਹੁੰਚੇ ਆ। ਮੈਂ ਉਹਨਾਂ ਨੂੰ ਥੋੜਾ ਟਾਈਮ ਉਹਨਾਂ ਤੋਂ ਮੰਗੂਗਾ ਕਿ ਉਹ ਥੋੜੀ ਦੇਰ ਵਿਚਾਰ ਸੁਣਨ, ਵੱਖ-ਵੱਖ ਸਪੀਕਰਸ ਜਿਹੜੇ ਆਪਣੇ ਗਰਾਊਂਡ ਤੋਂ ਰਿਐਲਿਟੀ ਦੇ ਵਿੱਚ ਜਿਹੜੇ ਇਹ ਮੁੱਦੇ ਫੇਸ ਕਰਦੇ ਆ ਜਾਂ ਪ੍ਰੋਬਲਮ ਫੇਸ ਕਰਦੇ ਆ। ਜੇ ਤੁਹਾਡੇ ਵਿੱਚੋਂ ਵੀ ਕਿਸੇ ਨੇ ਬੋਲਣਾ ਹੋਵੇ, ਆਪਣੇ ਬਲਬਲੇ ਆਪਣੇ ਐਕਸਪੀਰੀਅੰਸ ਜੋ ਵੀ ਰੱਖਣੇ ਹੋਣ, ਪਲੀਜ਼ ਇੱਥੇ ਨਾਂ ਲਿਖਾ ਦਿਓ। ਅੱਜ ਖੁੱਲ੍ਹ ਕੇ ਬੋਲੋ ਇੱਥੇ। ਇਸ ਦੇ ਨਾਲ ਹੀ ਕੈਨੇਡਾ ਦੇ ਵਿੱਚ ਵਿਜ਼ਟਰ ਵੀਜ਼ਾ ਤੇ ਆਉਣ ਵਾਲੇ ਯਾਤਰੀਆਂ ਨੂੰ ਕਮਰਸ਼ੀਅਲ ਟਰੱਕ ਲਾਇਸੈਂਸ ਨਾ ਦੇਣ ਦੇ ਮਾਮਲੇ ਤੇ ਵੀ ਗੱਲਬਾਤ ਹੋਈ। LMIA ਦੇ ਨਾਮ ਤੇ ਹੋ ਰਹੀ ਲੁੱਟ ਖਸੁੱਟ ਬਾਰੇ ਵੀ ਚਰਚਾ ਕਰਨ ਦੇ ਨਾਲ ਡਰਾਈਵਰਾਂ ਦੀ ਤਨਖਾਹ ਨਾ ਦੇਣ ਦੇ ਮਾਮਲਿਆਂ ਤੇ ਵੀ ਚਾਨਣਾ ਪਾਇਆ ਗਿਆ। ਮੀਟਿੰਗ ਦੇ ਵਿੱਚ ਟਰੱਕ ਡਰਾਈਵਰਾਂ ਦੇ ਡਿਸਪੈਚਰਸ ਦੇ ਨਾਲ ਹੋਣ ਵਾਲੇ ਝਗੜਿਆਂ ਦੇ ਕਾਰਨਾਂ ਦੇ ਬਾਰੇ ਵੀ ਗੱਲਬਾਤ ਕੀਤੀ ਗਈ। ਸਭ ਤੋਂ ਪਹਿਲੀ ਪ੍ਰੋਬਲਮ ਆ ਕਿ ਆਪਣਾ ਸਾਰੇ ਬੰਦਿਆਂ ਨੂੰ ਮੀਲਾਂ ਜਿੰਨੀਆਂ ਮਰਜ਼ੀ ਪਾ ਲਓ, ਹਨਾ। ਕੰਪਨੀ ਤੁਸੀਂ ਕੋਈ ਵੀ ਕੰਪਨੀ 'ਚ ਕੰਮ ਕਰਦੇ ਆ, ਉਹਨੂੰ 3600 ਮੀਲ ਲੈ ਲਓ, 3700 ਲੈ ਲਓ, ਕੰਪਨੀ ਤੁਹਾਨੂੰ ਹੱਸ ਕੇ ਦਿੰਦੀ ਆ, ਹਨਾ। ਕਿਉਂਕਿ ਉਹ ਰੇਟ ਲੋ ਆ ਨਾ, ਮੀਲਾਂ ਤੁਹਾਨੂੰ ਪ੍ਰੋਪਰ ਦੇਣਗੇ, ਕਦੇ ਤੁਹਾਨੂੰ ਕਿਸੇ ਗੇੜੇ ਤੋਂ ਜਵਾਬ ਨਹੀਂ ਦਿੰਦੇ, ਹਨਾ। ਕਿਉਂਕਿ ਮੀਲ ਤੁਹਾਨੂੰ ਜਿੰਨੀ ਪਾਉਣੀ ਆ, ਯੂ ਟਰਨ ਮਾਰਨੀ ਆ, ਜੋ ਮਾਰਨੀ ਆ ਉਹ ਤੁਹਾਨੂੰ ਦਿੰਦੇ ਆ, ਪਰ ਆਪਣਾ ਪੇ ਰੇਟ ਨਹੀਂ ਹੈਗਾ। ਆਪਣਾ ਮੇਨ ਮਕਸਦ ਸਾਰਿਆਂ ਦਾ ਇਕੱਠਾ ਹੋਣ ਦਾ ਇਹ ਆ ਕਿ ਆਪਾਂ ਮੀਲਾਂ ਘੱਟ ਪਾਈਏ। ਮੰਨ ਲਓ ਕੋਈ 3000 ਮੀਲ ਪਾਉਂਦਾ, ਆਪਾਂ ਨੂੰ ਪੈਸੇ ਘੱਟੋ ਘੱਟ ਉਹਦੇ ਦੁੱਗਣੇ ਮਿਲਣ। ਦੂਜੀ ਗੱਲ ਇਹ ਹੈ ਕਿ ਬਾਈ ਕੰਪਨੀਆਂ ਵਾਲੇ ਛੋਟੀ ਉਮਰ ਦੇ ਡਿਸਪੈਚਰ ਰੱਖ ਲੈਂਦੇ ਆ, ਹਨਾ। ਉਹਨਾਂ ਨੂੰ ਨਾ ਤਾਂ ਕਿਸੇ ਨੂੰ ਲਾਈਕ ਪ੍ਰੋਪਰ ਟ੍ਰੇਨਿੰਗ ਹੁੰਦੀ ਆ ਕਿਸੇ ਵੀ ਚੀਜ਼ ਦਾ ਹੱਲ ਕਰਨ ਲਈ। ਉਹ ਆਪਾਂ ਨੂੰ ਪੁਸ਼ ਕਰਦੇ ਆ, ਹਨਾ। ਜਦੋਂ ਆਪਾਂ ਨੂੰ ਪੁਸ਼ ਕਰਦੇ ਤਾਂ ਫਿਰ ਲੜਾਈ ਹੁੰਦੀ ਆ। ਸਭ ਤੋਂ ਪਹਿਲਾਂ ਇਹ ਆਪਾਂ ਇਹ 'ਚ ਮੇਨ ਮੁੱਦਾ ਰੱਖਣਾ ਕਿ ਵਧੀਆ ਕੁਆਲੀਫਾਈ ਡਿਸਪੈਚਰ ਹੋਣੇ ਚਾਹੀਦੇ ਆ, ਜਿਹੜੇ ਬੰਦਿਆਂ ਨੂੰ ਗੱਲ ਕਰਨ ਦੀ ਵੀ ਪਤਾ ਹੋਣੀ ਚਾਹੀਦੀ ਆ, ਨਾ। ਇੱਕ ਬੰਦੇ ਕੋਲੇ 500 ਟਰੱਕ ਆ, ਉਹ ਇੱਕ ਹੀ ਟਰੱਕ ਤੇ ਲੋਡ ਲਿਜਾ ਸਕਦਾ। 499 ਟਰੱਕ ਤਾਂ ਲੋਡ ਆਪਾਂ ਹੀ ਖਿੱਚਣੇ ਆ। ਜੇ ਆਪਾਂ ਸਾਰਿਆਂ 'ਚ ਏਕਾ ਹੋਊਗਾ ਤਾਂ ਫਿਰ ਆਪਾਂ ਮੂੰਹ ਮੰਗੇ ਪੈਸੇ ਜਿੰਨੇ ਵੀ ਆਪਾਂ ਨੂੰ ਆਪਣੇ ਹੱਕ ਚਾਹੀਦੇ ਆਪਾਂ ਲੈ ਸਕਦੇ।
ਕੈਨੇਡੀਅਨ ਪੰਜਾਬੀ ਸੱਥ ਤੋਂ ਸਨੋਵਰ ਢਿੱਲੋਂ ਅਤੇ ਗਗਨ ਸਿੱਧੂ ਇਸ ਮੀਟਿੰਗ ਦੇ ਮੁੱਖ ਆਯੋਜਨਕਰਤਾਵਾਂ ਵਿੱਚੋਂ ਇੱਕ ਸਨ। ਇਸ ਮੌਕੇ ਤੇ ਐਮਪੀਪੀ ਅਮਰਜੋਤ ਸੰਧੂ ਤੇ ਸਿਟੀ ਕੌਂਸਲਰ ਹਰਕਿਰਤ ਸਿੰਘ ਤੇ ਗੁਰਪ੍ਰੀਤ ਢਿੱਲੋਂ ਵੀ ਮੀਟਿੰਗ ਵਿੱਚ ਡਰਾਈਵਰ ਵੀਰਾਂ ਦੀਆਂ ਮੁਸ਼ਕਲਾਂ ਜਾਣਨ ਲਈ ਪੁੱਜੇ ਹੋਏ ਸਨ ਤਾਂ ਜੋ ਇਹਨਾਂ ਦੇ ਮਾਮਲਿਆਂ ਨੂੰ ਸਰਕਾਰ ਦੇ ਕੰਨਾਂ ਤੱਕ ਪਹੁੰਚਾਇਆ ਜਾ ਸਕੇ। ਇਹ ਚੀਜ਼ ਗੱਲ ਦੱਸਦੀ ਆ ਕਿ ਜਿਹੜੀ ਤੁਸੀਂ ਮਿਹਨਤ ਕਰਦੇ ਹੋ ਉਹਦੇ ਨਾਲ ਦੀ ਨਾਲ ਜਿਹੜੇ ਆਪਣੇ ਹੱਕ ਆ ਟਰੱਕ ਡਰਾਈਵਰ ਵੀਰ ਜਿਹੜੇ ਹੈਗੇ ਆ ਉਹਨਾਂ ਦੇ ਹੱਕ ਜਿਹੜੇ ਉਹਨਾਂ ਨੂੰ ਮਿਲਣੇ ਚਾਹੀਦੇ ਆ। ਸੋ ਜਿੰਨੇ ਵੀ ਦੂਰ ਜਾਂਦੇ ਆ ਜੀ ਵਾਸ਼ਰੂਮ ਦਾ ਜਿਹੜਾ ਐਕਸੈਸ ਤੁਹਾਨੂੰ ਨਹੀਂ ਦਿੱਤਾ ਜਾਂਦਾ ਉਹ ਸਭ ਤੋਂ ਪਹਿਲਾਂ ਜਿਹੜੀ ਆ ਮਿਨਿਸਟਰੀ ਆਫ ਟਰਾਂਸਪੋਰਟੇਸ਼ਨ ਦੇ ਨਾਲ ਮੈਂ ਗੱਲ ਕੀਤੀ ਸੀ ਕਿ ਜਿਹੜਾ ਇਸ਼ੂ ਇੰਨਾ ਆ ਰਿਹਾ ਆਪਣੇ ਜਿਹੜੇ ਟਰੱਕ ਡਰਾਈਵਰ ਵੀਰ ਆਪਾਂ ਉਹਨਾਂ ਨੂੰ ਫਰੰਟ ਲਾਈਨ ਵਰਕਰਸ ਕਹਿੰਦੇ ਆ। ਜੇ ਆਪਾਂ ਕਹਿੰਦੇ ਆ ਕਿ ਜਿਹੜੇ ਹੈਲਥ ਕੇਅਰ ਦੇ ਵਿੱਚ ਡਾਕਟਰਸ ਨਰਸਿਸ ਜਿਹੜੀਆਂ ਹੈਗੀਆਂ ਜੀ ਉਹਨਾਂ ਨੇ ਕੰਮ ਕੀਤਾ ਵਾ ਪੈਂਡੇਮਿਕ ਦੇ ਵਿੱਚ ਤੇ ਟਰੱਕ ਡਰਾਈਵਰ ਵੀਰ ਭੈਣ ਵੀ ਜਿਹੜੇ ਆਪਣੇ ਹੈਗੇ ਉਹਨਾਂ ਨੇ ਵੀ ਜਿਹੜੀਆਂ ਆਪਣੀਆਂ ਘਰਾਂ ਦੇ ਵਿੱਚ ਗਰੋਸਰੀਜ਼ ਜਾਂ ਜਿਹੜੀਆਂ ਆਪਣੀਆਂ ਹੋਰ ਵੀ ਲੋੜੀਂਦਾ ਵਸਤੂ ਜਿਹੜੀਆਂ ਹੈਗੀਆਂ ਵਾ ਉਹ ਘਰਾਂ ਦੇ ਵਿੱਚ ਪਹੁੰਚਾਈਆਂ ਤੇ ਇਹਨਾਂ ਨੂੰ ਹੱਕ ਆ ਕਿ ਐਟਲੀਸਟ ਜਿਹੜਾ ਤੁਸੀਂ ਆਪਣਾ ਵਾਸ਼ਰੂਮ ਜਿਹੜੇ ਆ ਜੀ ਉਹ ਤੁਹਾਨੂੰ ਐਕਸੈਸ ਦਿੱਤਾ ਜਾਵੇ। ਸੋ ਉਹਦੇ ਵਿੱਚ ਆਪਣਾ ਪਹਿਲਾਂ ਪੋਰਟੇਬਲ ਵਾਸ਼ਰੂਮ ਜਿਹੜੇ ਰਖਵਾਏ ਜਿੰਨੇ ਵੀ ਟਰੱਕ ਸਟਾਪ ਹੈਗੇ ਉਹਨਾਂ ਦੇ ਵਿੱਚ ਤੁਹਾਨੂੰ ਜਿਹੜਾ ਵਾਸ਼ਰੂਮ ਯੂਜ਼ ਕਰਨ ਦਾ ਜਿਹੜਾ ਮਿਨਿਸਟਰੀ ਆਫ ਟਰਾਂਸਪੋਰਟੇਸ਼ਨ ਨੇ ਜਿਹੜਾ ਆਰਡਰ ਇਸ਼ੂ ਕੀਤਾ ਸੀ। ਸੋ ਇਹ ਇਸ਼ੂ ਜਿਹੜਾ ਉਠਾਇਆ ਸੀ ਉਹਦੇ ਨਾਲ ਦੀ ਨਾਲ ਜਿਹੜਾ ਭਾਈ ਉਹਨਾਂ ਨੇ ਗੱਲ ਕੀਤੀ 에ਅਰ ਬ੍ਰੇਕ ਐਂਡੋਰਸਮੈਂਟ ਦਾ ਜਿਹੜਾ ਜੀ ਇਹ ਵੀ ਅੱਜ ਤੱਕ ਕਦੀ ਇਸ਼ੂ ਕਿਸੇ ਨੇ ਨਹੀਂ ਉੱਥੇ ਉਠਾਇਆ ਨਾ ਹੀ ਕਿਸੇ ਨੂੰ ਪਤਾ ਸੀ ਕਿ ਇਦਾਂ ਦਾ ਕੋਈ ਚੀਜ਼ ਹੁੰਦੀ ਆ। ਨੋ ਡਾਊਟ ਜਿਹੜੇ ਪ੍ਰਾਈਵੇਟ ਮੈਂਬਰ ਬਿੱਲ ਹੁੰਦੇ ਆ ਇਹਨਾਂ ਨੂੰ ਕਈ ਵਾਰ ਤੁਸੀਂ ਲੰਮਾ ਟਾਈਮ ਲੱਗ ਜਾਂਦਾ ਕਿਉਂਕਿ ਸਿਰਫ ਜਿਹੜਾ ਬਿੱਲ ਹੁੰਦਾ ਤੁਹਾਡੇ ਹਲਕੇ ਦੇ ਇਸ਼ੂਜ਼ ਜਾਂ ਜਿਹੜੇ ਤੁਸੀਂ ਮੈਨੂੰ ਗੱਲ ਪਹੁੰਚਾਈ ਆ ਕਿਉਂਕਿ ਕਈ ਜਿਹੜੇ ਐਮਪੀਪੀਸ ਹੁੰਦੇ ਆ ਜਾਂ ਦੂਜੇ ਹਲਕਿਆਂ ਦੇ ਵਿੱਚ ਆਪਾਂ ਗੱਲ ਕਰੀਏ ਉਹਨਾਂ ਦੇ ਵਿੱਚ ਇਦਾਂ ਦੇ ਇਸ਼ੂਜ਼ ਨਹੀਂ ਆਉਂਦੇ ਜਾਂ ਉਹਨਾਂ ਨੂੰ ਕੋਈ ਇਦਾਂ ਅਪਰੋਚ ਨਹੀਂ ਕਰਦਾ ਕਿ ਇਹ ਜਿਹੜਾ ਇਸ਼ੂ ਹੈਗਾ ਵਾ ਬਹੁਤ ਵੱਡਾ ਇਸ਼ੂ ਆ। ਸੋ ਇਹਦਾ ਵੀ ਮੈਂ ਬਿੱਲ ਲੈ ਕੇ ਆਂਦਾ ਸੀ ਪ੍ਰਾਈਵੇਟ ਮੈਂਬਰਸ ਬਿੱਲ ਉਹ ਵੀ ਜਿਹੜਾ ਬਿੱਲ ਸੈਕਿੰਡ ਰੀਡਿੰਗ ਪਾਸ ਕਰਕੇ ਕਮੇਟੀ ਕੋ ਬਿੱਲ ਪਹੁੰਚ ਚੁੱਕਾ ਵਾ ਲੇਕਿਨ ਜਦੋਂ ਆਪਾਂ ਕੋਈ ਬਿੱਲ ਲੈ ਕੇ ਆਉਂਦੇ ਆ ਪਹਿਲਾਂ ਸਟਾਰਟਿੰਗ ਦੇ ਵਿੱਚ ਨਹੀਂ ਉਹਦਾ ਬਾਅਦ 'ਚ ਵਿਰੋਧ ਹੋਣਾ ਤੁਹਾਨੂੰ ਪਤਾ ਕਿ ਸ਼ੁਰੂ ਹੋ ਜਾਂਦਾ ਵਾ। ਸੋ ਜਿੰਨੇ ਵੀ ਜਿਹੜੇ ਡਰਾਈਵਿੰਗ ਸਕੂਲ ਹੈਗੇ ਆ ਜਾਂ ਹੋਰ ਜਿਹੜੇ ਸੇਫਟੀ ਨਾਲ ਲੋਕੀ ਜਿਹੜੇ ਹੈਗੇ ਸੰਬੰਧਿਤ ਉਹ ਕਈ ਵਾਰੀ ਇਹਦਾ ਵਿਰੋਧ ਕਰਦੇ ਆ ਕਿ ਜਿਹੜਾ ਬਿੱਲ ਆ ਜੀ ਸੇਫਟੀ ਨੂੰ ਇੰਪੈਕਟ ਕਰੂਗਾ ਲੇਕਿਨ ਸਾਰੇ ਆਪਣੇ ਵੀਰ ਭੈਣ ਜਾਣਦੇ ਆ ਕਿ ਇਹਦਾ ਸੇਫਟੀ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ। ਜੇ ਤੁਹਾਨੂੰ 에ਅਰ ਬ੍ਰੇਕਾਂ ਜਿਹੜੀਆਂ ਟੱਚ ਹੀ ਨਹੀਂ ਕਰਨ ਦਿੱਤੀਆਂ ਜਾਂਦੀਆਂ ਤੇ ਉਹਦਾ ਮੈਨੂੰ ਲੱਗਦਾ ਕਿ ਦੁਬਾਰਾ ਤੁਹਾਨੂੰ ਟੈਸਟ ਦੇਣ ਦੀ ਕੋਈ ਲੋੜ ਨਹੀਂ ਹੈਗੀ। ਇਹਦੇ ਨਾਲ ਦੀ ਨਾਲ ਜੀ ਜਿਹੜਾ ਆਪਣਾ ਜਿਹੜੇ ਗੱਲ ਇੱਕ ਹੋਰ ਕੀਤੀ ਕਿ ਜਿੰਨੇ ਵਿਜ਼ਟਰ ਇੱਥੇ ਆਉਂਦੇ ਆ ਉਹਨਾਂ ਨੂੰ ਜਿਹੜਾ ਵਾ ਜੀ ਕਮਰਸ਼ੀਅਲ ਜਿਹੜਾ ਟਰੱਕ ਦਾ ਲਾਇਸੈਂਸ ਨਾ ਦਿੱਤਾ ਜਾਵੇ ਉਹ ਵੀ ਸਾਡਾ ਗਵਰਨਮੈਂਟ ਨੇ ਇੱਕ ਬਿੱਲ ਲੈ ਕੇ ਆਂਦਾ ਵਾ। ਜਿਹੜੇ ਕਮਰਸ਼ੀਅਲ ਜਿੰਨੇ ਵੀ ਹੈਗੇ ਜਿਹੜੇ ਵਿਜ਼ਟਰ ਇੱਥੇ ਆਉਂਦਾ ਉਹਨਾਂ ਨੂੰ ਕਮਰਸ਼ੀਅਲ ਟਰੱਕ ਦਾ ਲਾਇਸੈਂਸ ਨਹੀਂ ਮਿਲੂਗਾ। ਇਹ ਬਿੱਲ ਜਿਹੜਾ ਪਾਸ ਹੋ ਚੁੱਕਾ ਵਾ ਅਜੇ ਲਾਗੂ ਹੋਇਆ ਨਹੀਂ ਹੋਇਆ ਮੈਂ ਇੱਕ ਵਾਰ ਪਤਾ ਕਰ ਲੂੰਗਾ ਲੇਕਿਨ ਇਹ ਬਿੱਲ ਪਾਸ ਹੋ ਗਿਆ ਵਾ ਕਿ ਜਿੰਨੇ ਵੀ ਇੱਥੇ ਵਿਜ਼ਟਰ ਆਉਂਦੇ ਆ ਉਹਨਾਂ ਨੂੰ ਕਮਰਸ਼ੀਅਲ ਟਰੱਕ ਦਾ ਲਾਇਸੈਂਸ ਨਹੀਂ ਦਿੱਤਾ ਜਾਊਗਾ ਕਿਉਂਕਿ ਕਾਫੀ ਕੰਪਲੇਂਟਾਂ ਆਉਂਦੀਆਂ ਜੇ ਮਿਨੀਮਮ ਵੇਜ ਜੇ ਵੇਜ ਦੀ ਆਪਾਂ ਗੱਲ ਕਰਦੇ ਕਿ ਜਿਹੜੇ ਪੈਸੇ ਘੱਟ ਮਿਲਦੇ ਆ ਮੈਨੂੰ ਲੱਗਦਾ ਉਹ ਵੀ ਇੱਕ ਰੀਜ਼ਨ ਹੈਗਾ ਵਾ ਕਿ ਜਿਹੜੇ ਕਈ ਵਾਰ ਵਿਜ਼ਟਰ ਇੱਥੇ ਆਉਂਦੇ ਆ ਉਹ ਕਹਿੰਦੇ ਕਿ ਅਸੀਂ ਘੱਟ ਤੇ ਵੀ ਕੰਮ ਕਰ ਲਾਂਗੇ ਕੋਈ ਗਰੀਨੇ ਦੇ ਕੰਮ ਕਰ ਲਾਂਗੇ ਉਹਦੇ ਨਾਲ ਜਿਹੜੇ ਮਿਹਨਤ ਕਰਦੇ ਆ ਜਿਹੜੇ ਲੋਕ ਦੂਰ ਜਾਂਦੇ ਆ ਉਹਨਾਂ ਨੂੰ ਕਈ ਵਾਰੀ ਫਰਕ ਪੈਂਦਾ ਕਿ ਜਿਹੜੀ ਸਾਡੀ ਪ੍ਰੋਪਰ ਵੇਜ ਆ ਉਹ ਨਹੀਂ ਦਿੱਤੀ ਜਾਂਦੀ। ਜਦੋਂ ਬਰੈਂਪਟਨ ਵਿੱਚ ਰੌਲੀ ਪਈ ਸੀਗੀ ਕਿ ਸਾਡੇ ਟਾਇਲਟ ਪੇਪਰ ਮੁੱਕੇ ਸੀਗੇ ਸਾਡੀ ਸਪਲਾਈ ਚੇਨ ਦੇ ਵਿੱਚ ਕਮੀ ਸੀਗੀ ਸਾਡੇ ਟਰੱਕਰ ਭਰਾਵਾਂ ਨੇ ਉਹ ਸਪਲਾਈ ਚੇਨ ਨੂੰ ਫੁੱਲ ਕੀਤਾ। ਸੋ ਇੱਕ ਵਾਰੀ ਤਾੜੀ ਜ਼ਰੂਰ ਮਾਰ ਦਿਓ ਟਰੱਕਰਾਂ ਦੇ ਨਾਮ ਤੇ। ਆਪਾਂ ਹੁਣ ਕੋਵਿਡ ਦੇ ਵਿੱਚੋਂ ਨਿਕਲ ਰਹੇ ਹਾਂ ਪਰ ਸਭ ਤੋਂ ਵੱਡੀ ਕੁਰਬਾਨੀ ਆ ਸਾਡੇ ਫਰੰਟ ਲਾਈਨ ਵਰਕਰਸ ਦੀ ਖਾਸ ਕਰਕੇ ਸਾਡੇ ਟਰੱਕ ਡਰਾਈਵਰ ਭਰਾਵਾਂ ਦੀ। ਸੋ ਮੈਂ ਤੁਹਾਡਾ ਤਹਿ ਦਿਲੋਂ ਧੰਨਵਾਦ ਕਰਦਾ ਫਰਮ ਦਾ ਸਿਟੀ ਐਜ਼ ਵੈਲ। ਜਿਹੜਾ ਆਪਾਂ ਅੱਜ ਦਾ ਮੁੱਦੇ ਤੇ ਆਏ ਆ ਉਹ ਹੈਗਾ ਆ ਕਿ ਟਰੱਕ ਡਰਾਈਵਰ ਦੇ ਇਸ਼ੂ ਤੇ। ਸੋ ਮੈਂ ਤੁਹਾਡਾ ਥੈਂਕ ਯੂ ਕਰਦਾ ਕਿ ਆਪਾਂ ਐਸੋਸੀਏਸ਼ਨ ਦੇ ਨਾਲ ਸ਼ੁਰੂਆਤ ਕਰ ਰਹੇ ਹਾਂ। ਇਹ ਐਫਰਟਸ ਰਾਹੀਂ ਆਪਾਂ ਲੌਬੀ ਕਰ ਸਕਦੇ ਹਾਂ ਇਫੈਕਟਿਵਲੀ ਆਪਾਂ ਮੀਡੀਆ ਦੇ ਵਿੱਚ ਸਾਡੀ ਗੱਲ ਪਹੁੰਚਾ ਸਕਦੇ ਆ। ਸੋ ਮੈਂ ਇਹੀ ਕਹਿ ਸਕਦਾ ਐਜ਼ ਅਨਦਰ ਪੋਲੀਟੀਸ਼ੀਅਨ ਸਿਟੀ ਲੈਵਲ ਤੇ ਆਪਾਂ ਜ਼ਰੂਰ ਮੋਢੇ ਨਾਲ ਮੋਢਾ ਲਾ ਕੇ ਤੁਹਾਡਾ ਸਾਥ ਦੋਗੇ ਤੇ ਤੁਹਾਡੇ ਜਿਹੜੇ ਇਸ਼ੂਜ਼ ਆ ਉਹਨਾਂ ਨੂੰ ਸੁਣੋਗੇ ਤੇ ਕੋਸ਼ਿਸ਼ ਕਰੋਗੇ ਇਕੱਠੇ ਹੋ ਕੇ ਉਹਨਾਂ ਦਾ ਹੱਲ ਕੱਢਣੇ ਨੂੰ। ਸਭ ਤੋਂ ਪਹਿਲਾ ਮੁੱਦਾ ਆ ਵਿਜ਼ਟਰ ਨੂੰ ਕਮਰਸ਼ੀਅਲ ਲਾਇਸੈਂਸ ਦੇਣ ਦਾ। ਇਹ ਅਸੀਂ ਟਰੱਕਰਸ ਆ ਸਾਨੂੰ ਰੋਡਸ ਜਿਹੜੀਆਂ ਸੇਫ ਚਾਹੀਦੀਆਂ ਆ। ਅਸੀਂ ਰੋਡ ਦੇ ਉੱਤੇ ਮਰਨਾ ਨਹੀਂ ਚਾਹੁੰਦੇ ਕਿ ਕੋਈ ਵੀ ਬੰਦਾ ਜਿਹੜਾ ਆ ਅਸੀਂ ਟਰੱਕਿੰਗ ਅਪਣਾਈ ਆ ਆਪਣੀ ਰੋਜੀ ਰੋਟੀ ਲਈ ਲੌਂਗ ਟਰਮ ਲਈ। ਅਸੀਂ ਨਹੀਂ ਚਾਹੁੰਦੇ ਕਿ ਕੋਈ ਵੀ ਬੰਦਾ ਵਿਜ਼ਟਰ ਇੱਥੇ ਆ ਕੇ ਕਮਰਸ਼ੀਅਲ ਲਾਇਸੈਂਸ ਇਹਨਾਂ ਸਰਕਾਰਾਂ ਕਰਕੇ ਲੈ ਕੇ ਤੇ ਇੱਥੇ ਮੌਤ ਦਾ ਨੰਗਾ ਨਾਚ ਹਾਈਵੇਜ਼ ਦੇ ਉੱਤੇ ਹੋਵੇ ਤੇ ਉਹ ਆਪਣੇ 2-4 ਮਹੀਨੇ ਲਾ ਕੇ ਫਿਰ ਚਲ ਜਾਣ। ਨੋ ਸਾਨੂੰ ਕਲੀਨ ਸੇਫ এনवायरमेंट ਚਾਹੀਦਾ ਆਪਣੇ ਆਪ ਨੂੰ ਆਪਰੇਟ ਕਰਨ ਲਈ। ਹੁਣ ਮੈਂ ਗਗਨ ਵੀਰ ਇੱਕ 에ਅਰ ਬ੍ਰੇਕ ਐਂਡੋਰਸਮੈਂਟ ਦਾ ਉਹ ਬਿਲਕੁਲ ਇਹ ਕਰ ਰਹੇ ਆ ਪ੍ਰਾਈਵੇਟ ਬਿੱਲ ਲੈ ਕੇ ਆਏ ਆ ਉਹ ਵੀ ਚਿੱਟਾ ਹਾਥੀ ਸਾਨੂੰ ਨਹੀਂ ਚਾਹੀਦਾ। ਜਦ ਅਸੀਂ ਉਹ 에ਅਰ ਬ੍ਰੇਕ ਨੂੰ ਟੱਚ ਹੀ ਨਹੀਂ ਕਰ ਸਕਦੇ ਤਾਂ ਹਰੇਕ 3 ਸਾਲਾਂ ਬਾਅਦ ਰੈਂਡਮਲੀ 2 ਸਾਲ 5 ਸਾਲ ਬਾਅਦ ਅਸੀਂ ਕਾਹਦੇ ਲਈ ਉਹ ਆਪਣੇ ਮਿਹਨਤ ਨਾਲ ਕਮਾਏ ਡਾਲਰ ਜਿਹੜੇ ਆ ਇਹਨਾਂ ਨੂੰ ਸਰਕਾਰਾਂ ਦੀ ਝੋਲੀ 'ਚ ਪਾਈਏ। ਅਸੀਂ ਤਾਂ ਪਹਿਲਾਂ ਹੀ ਬਹੁਤ ਕੁਝ ਪਾ ਚੁੱਕੇ ਹਾਂ। ਆਹ ਹਾਲ ਆ ਬਾਈ 60 ਸੈਂਟ ਤਾਂ ਐ ਹੋ ਗਿਆ ਜਿਵੇਂ ਪਤਾ ਨਹੀਂ ਅਸੀਂ ਕੀ ਮੰਗ ਲਿਆ ਹੁੰਦਾ।
ਆ ਸਾਡਾ ਗੁਆਂਢੀ ਮੁਲਕ ਹੈ, 100 ਚੋਂ ਆਪਣਾ 80 ਟਰੱਕ ਅਮਰੀਕਾ ਨੂੰ ਜਾਂਦਾ ਹੈ। ਉੱਥੇ ਕਨਵਰਜਨ ਕਰੀਏ ਰੇਟ ਨੂੰ, ਐਕਸਚੇਂਜ ਰੇਟ ਨੂੰ, ਉਧਰਲੇ ਨੂੰ ਇੱਧਰ ਆਪਾਂ ਕਨਵਰਟ ਕਰੀਏ, ਕੋਈ 75 ਸੈਂਟ ਤੇ ਕੰਮ ਕਰ ਰਿਹਾ, ਕੋਈ 80 ਤੇ, ਕੋਈ 85 ਤੇ। ਸਾਡੇ ਵਰਗੇ ਹੀ ਉਹ ਨੇ, ਉਹੀ ਟਰੱਕ ਆ, ਉਹੀ ਰੂਟ ਨੇ, ਸਗੋਂ ਸਾਡੇ ਨਾਲੋਂ ਫੈਸਿਲਿਟੀ ਜ਼ਿਆਦਾ ਹੈ। ਕੈਨੇਡਾ ਦੀ ਟਰੱਕਿੰਗ ਜਿਹੜੀ ਆ ਉਹ US ਦੀ ਟਰੱਕਿੰਗ ਤੋਂ ਹਾਰਡ ਆ। ਵੈਦਰ ਵਾਈਜ਼ ਲਾ ਲਓ, ਇਨਫਰਾਸਟ੍ਰਕਚਰ ਲਾ ਲਓ, ਆ ਇੱਕ ਹਾਈਵੇ ਆ ਡਬਲ, ਸਾਰਾ ਕਿੰਨਾ ਆਪਣਾ ਮੁੰਡਾ ਹਰੇਕ ਸਾਲ ਵੈਨਕੂਵਰ ਦੇ ਰਾਹ ਦੇ ਉੱਤੇ ਮਰ ਜਾਂਦਾ ਆ ਐਕਸੀਡੈਂਟ ਦੇ ਵਿੱਚ। ਉਹਦਾ ਕਾਰਨ ਕੀ ਆ? ਹਾਂਜੀ, ਉਹਦਾ ਕਾਰਨ ਇਹੀ ਆ ਕਿ ਹਾਈਵੇ ਸਿੰਗਲ ਹੋਣਾ। ਪਰ ਜਦੋਂ ਰੇਟ ਪੁੱਛੀਏ ਵੈਨਕੂਵਰ ਵਾਲੀਆਂ ਟੀਮਾਂ ਅੱਜ ਦੀ ਡੇਟ 'ਚ ਵੀ ਨਵੇਂ ਮੁੰਡੇ 45 ਸੈਂਟ 50 ਸੈਂਟ 'ਚ ਟੀਮਾਂ 'ਚ ਜਾ ਰਹੇ ਨੇ। ਬਹੁਤ ਵੱਡੀ ਤਰਾਸਦੀ ਹੈ, ਬਹੁਤ ਵੱਡੀ ਤਰਾਸਦੀ ਹੈ। ਇਹਨੂੰ ਆ ਹੁਣ ਜਿਹੜਾ ਆਹ ਇਕੱਠ ਹੋਇਆ ਨਾ, ਇਹ ਇਹਨਾਂ ਮਸਲਿਆਂ ਦੇ ਉੱਤੇ ਅਸੀਂ ਹੱਲ ਕੱਢਣ ਲਈ ਕਰ ਰਹੇ ਹਾਂ। ਹੋਰ ਗੱਲਾਂ ਤਾਂ ਕਰੀ ਜਾਂਦੇ ਹੁੰਦੇ ਆਪਾਂ। ਸੋ 60 ਸੈਂਟ ਸਿੰਗਲ ਦੀ, 60 ਤੋਂ 65 ਸੈਂਟ, 60 ਤੋਂ 65 ਸੈਂਟ ਦਾ ਸਾਡਾ ਪ੍ਰਪੋਜ਼ਲ ਹੋਊਗਾ ਐਸੋਸੀਏਸ਼ਨ ਦਾ। ਜਿਹਨੇ ਕੈਨੇਡਾ ਵਾਈਡ ਕੋਈ ਡਰਾਈਵਰ ਨੂੰ ਰੱਖਣਾ, ਸਾਨੂੰ ਨਹੀਂ ਪਤਾ ਤੁਸੀਂ ਗਾਂਹ ਬ੍ਰੋਕਰ ਤੋਂ ਕਿਵੇਂ ਰੇਟ ਲੈਣਾ ਵਾ। ਜੇ ਤੁਸੀਂ ਵੀ ਤੰਗ ਆ, ਕੰਪਨੀ ਵਾਲੇ ਕਹਿੰਦੇ ਅਸੀਂ ਤੰਗ ਆ, ਤਾਂ ਫਿਰ ਸਾਡੇ ਨਾਲ ਇੱਥੇ ਆ ਕੇ ਖੜ ਜਾਓ, ਠੀਕ ਹੈ? ਅਸੀਂ ਤੁਹਾਡੇ ਨਾਲ ਖੜੇ ਆ। ਕੋਈ ਤਾਂ ਹੈਗਾ ਨਾ ਇੰਡਸਟਰੀ ਦੇ ਵਿੱਚ, ਮਲਟੀ ਬਿਲੀਅਨ ਡਾਲਰ ਇੰਡਸਟਰੀ ਹੋਵੇ ਤੇ ਉਹਦੇ 'ਚ ਹਰੇਕ ਬੰਦਾ ਹੀ ਇਹ ਕਹੀ ਜਾਵੇ ਯਾਰ ਮੈਨੂੰ ਨਹੀਂ ਬਚ ਰਿਹਾ, ਡਰਾਈਵਰ ਕਹੀ ਜਾਂਦੇ ਮੈਨੂੰ ਨਹੀਂ ਬਚ ਰਿਹਾ, ਓਨਰ ਆਪਰੇਟਰ ਕਹਿੰਦੇ ਮੈਨੂੰ ਨਹੀਂ ਬਚ ਰਿਹਾ। ਗਾਂਹ ਜੇ ਕੰਪਨੀ ਵੀ ਰੋਂਦੀ ਆ ਕਿ ਬਾਈ ਸਾਨੂੰ ਨਹੀਂ ਹੈ, ਤਾਂ ਫਿਰ ਸਾਡੇ ਨਾਲ ਆਓ, ਫਿਰ ਆਪਾਂ ਜਿਹਨੂੰ ਬਚ ਰਿਹਾ ਉਹਦੇ ਨਾਲ ਗੱਲ ਕਰ ਲੈਂਦੇ ਆ। ਤੇ ਜੇ ਗਾਂਹ ਬ੍ਰੋਕਰ ਵੀ ਕਹਿ ਦੂਗਾ ਵੀ ਸਾਨੂੰ ਨਹੀਂ ਬਚ ਰਿਹਾ, ਤੇ ਫਿਰ ਆਪਾਂ ਕਾਹਨੂੰ ਇਸ ਕੰਮ ਦੇ ਵਿੱਚ, ਫਿਰ ਹੋਰ ਕੋਈ ਧੰਦਾ ਲੱਭ ਲੈਂਦੇ ਆਪਾਂ, ਠੀਕ ਹੈ? ਸੋ 60 ਤੋਂ 65 ਸੈਂਟ ਸਾਡੀ ਕੈਨੇਡਾ ਵਾਈਡ ਦੀ ਪ੍ਰਪੋਜ਼ਲ ਹੋਊਗੀ। US ਦੇ ਰੇਟ 'ਚ 10-10 ਸੈਂਟ ਉੱਤੇ ਆਪਾਂ ਮੰਨ ਕੇ ਚੱਲੀਏ, ਯਾਨੀ ਕਿ ਜੇ US ਨੂੰ ਜਿਹੜਾ ਸੋਲੋ ਡਰਾਈਵਰ ਚੱਲਦਾ ਉਹ ਅੱਜ ਦੀ ਮਹਿੰਗਾਈ ਦੇ ਹਿਸਾਬ ਨਾਲ 75 ਸੈਂਟ ਡਿਜ਼ਰਵ ਕਰਦਾ ਉਹ ਬੰਦਾ। ਕਿਉਂਕਿ ਪਿੱਛੋਂ ਰੇਟ ਜਦੋਂ ਬਹੁਤ ਵਧੀਆ ਰੇਟ ਹੋ ਜਾਂਦੇ ਆ, $3-3 ਨੂੰ ਮੀਲ ਹੋ ਜਾਂਦੀ ਆ, 4 ਨੂੰ ਵੀ ਹੋ ਜਾਂਦੀ ਆ, ਠੀਕ ਹੈ? ਉਦੋਂ ਵੀ ਸਾਨੂੰ ਕੋਈ ਬੈਨੀਫਿਟ ਨਹੀਂ ਪਹੁੰਚਦਾ। ਫਿਰ ਕੰਪਨੀਆਂ ਦੀ ਇੱਕ ਤਰਕ ਇਹ ਹੁੰਦੀ ਹੈ ਕਿ ਜਦੋਂ $1.5 ਨੂੰ ਚੱਕਦੇ ਆ ਅਸੀਂ ਲੋਡ, ਤੇ ਉਦੋਂ ਵੀ ਤਾਂ ਤੁਹਾਨੂੰ ਇੰਨਾ ਦਿੰਨੇ ਆ। ਬਾਈ ਜੀ ਤੁਸੀਂ ਹੈਗੇ ਬਿਜ਼ਨਸਮੈਨ, ਅਸੀਂ ਹੈਗੇ EMPLOYE, ਠੀਕ ਹੈ? ਬਿਜ਼ਨਸ ਦੇ ਵਿੱਚ ਜਦੋਂ ਲੱਖਾਂ ਦਾ ਫਾਇਦਾ ਹੁੰਦਾ ਉਹ ਵੀ ਤਾਂ ਉਹਨੂੰ ਹੀ ਹੁੰਦਾ। ਅਸੀਂ EMPLOYE ਆ, ਸਾਡਾ ਇੱਕ ਕਨਸਟੈਂਟ ਹੋਣਾ ਚਾਹੀਦਾ, ਕਿਉਂਕਿ ਅਸੀਂ ਆਪਦੇ ਖਰਚੇ ਜਿਹੜੇ ਆ ਉਹ ਹਿਸਾਬ ਨਾਲ ਬੰਨੀ ਬੈਠੇ ਹੁੰਨੇ ਆ। 75 ਸੈਂਟ ਦੀ ਪ੍ਰਪੋਜ਼ਲ ਹੈ US ਨੂੰ ਜਿਹੜਾ ਸੋਲੋ ਚੱਲਦਾ। ਫਿਰ ਟੀਮਾਂ ਦੀ ਗੱਲ ਕਰ ਲਈਏ, ਟੀਮ ਘੱਟੋ ਘੱਟ ਅੱਜ ਦੇ ਹਿਸਾਬ ਨਾਲ 80 ਸੈਂਟ ਡਿਜ਼ਰਵ ਕਰਦੀ ਜਿਹੜੀ US ਨੂੰ ਚੱਲਦੀ ਆ। 80 ਸੈਂਟ ਨੂੰ ਚੱਲਦੇ ਆ ਕੰਪਨੀਆਂ, 55 ਸੈਂਟ 55 ਸੈਂਟ ਨੂੰ ਵੀ ਟੀਮਾਂ ਜਿਹੜੀਆਂ ਨੇ ਚੱਲ ਰਹੀਆਂ। ਤੁਹਾਡੇ ਵਿੱਚ ਤੁਸੀਂ ਆਪੋ ਆਪਣੇ, ਯਾਰ ਤੁਹਾਨੂੰ ਜਿਹੜੀਆਂ ਮੈਂ ਗੱਲਾਂ ਕਰੀ ਜਾਂਦਾ ਤੁਹਾਨੂੰ ਸਮਝ ਸਾਰੀਆਂ ਲੱਗੀ ਜਾਂਦੀਆਂ, ਕਿਉਂਕਿ ਸਾਰਿਆਂ ਨਾਲ ਬੀਤ ਉਹੀ ਰਹੀ ਹੈ ਨਾ। ਫਿਰ ਆ ਜਾਈਏ ਬਾਈ ਜੀ ਓਨਰ ਆਪਰੇਟਰ ਦੇ ਉੱਤੇ। ਓਨਰ ਆਪਰੇਟਰ ਦੀ ਤਾਂ ਯਾਰ ਕੀ ਕਹੀਏ, ਮਤਲਬ ਐਸੀ ਹਾਲਤ ਕੀਤੀ ਹੈ ਨਾ, ਘਰ ਦਾ ਨਾ ਘਾਟ ਦਾ ਉਹ ਛੱਡਿਆ ਇਹਨਾਂ ਨੇ ਕਰਕੇ। ਮਤਲਬ ਮੈਨੂੰ ਯਾਦ ਹੈ ਯਾਰ ਕਿ ਜਦੋਂ ਤੇਲ 70-80 ਸੈਂਟ ਹੁੰਦਾ ਸੀਗਾ, ਉਦੋਂ ਵੀ ਮੈਨੂੰ 95 ਸੈਂਟ ਬਚਦੇ ਰਹੇ ਸਾਰੇ ਖਰਚੇ ਕੱਢ ਕੇ। ਕੈਨੇਡਾ ਵਾਈਡ ਦੀ ਗੱਲ ਕਰਦਾ ਮੈਂ। ਅੱਜ ਦੀ ਰੇਟ 'ਚ ਸਾਡੇ, ਮੈਂ ਅੱਜ ਸਵੇਰੇ ਹੁੰਦੀ ਸੀ ਗੱਲ ਇੱਕ ਦੋ ਭਰਾਵਾਂ ਨਾਲ, ਤਾਂ ਉਹ ਕਹਿੰਦੇ 85 ਸੈਂਟ ਤੇ ਆ ਗਏ ਅਸੀਂ। ਕੈਨੇਡਾ ਵਾਈਡ ਜਿਹੜਾ ਓਨਰ ਆਪਰੇਟਰ ਹੈ 85 ਸੈਂਟ। ਅਸੀਂ ਉੱਪਰ ਨੂੰ ਜਾ ਰਹੇ ਕਿ ਥੱਲੇ ਨੂੰ ਜਾ ਰਹੇ, ਸਾਡੀ ਸਮਝੋ ਬਾਹਰ ਹੋਈ ਪਈ ਗੱਲ। ਫਿਰ US ਵਾਲਾ ਓਨਰ ਆਪਰੇਟਰ ਜਿਹੜਾ ਡਾਲਰ ਦੇ ਉੱਤੇ ਉਹ ਨਹੀਂ ਟੱਪਦਾ ਪਿਆ। ਮੈਂ ਗੱਲ ਕਰਦਾ ਜ਼ਿਆਦਾ ਜਿਹੜੀ ਕਾਮਨ ਟਰੱਕਿੰਗ ਹੈ, ਜਿਹਦੇ 'ਚ ਡਰਾਈਵ ਐਂਡ ਰੀਫਰ ਆ ਜਾਂਦਾ ਵਾ। ਸਪੈਸ਼ਲਟੀ ਟਰੱਕਿੰਗ ਜਿਵੇਂ ਕੋਈ ਫਲੈਟ ਬੈੱਡ ਆ, ਕੋਈ ਹੋਰ ਓਵਰਸਾਈਜ਼ ਆ, ਉਹ ਤਾਂ ਜ਼ਿਆਦਾ ਡਿਜ਼ਰਵ ਕਰਦੇ ਹੀ ਕਰਦੇ ਆ। ਪਰ ਆਪਾਂ ਗੱਲ ਕਰਦੇ ਕਿਉਂਕਿ ਜਦੋਂ ਜਿੰਨਾ ਚਿਰ ਬੇਸ ਨਹੀਂ ਤੈਅ ਹੁੰਦਾ, ਉੱਪਰਲਿਆਂ ਨੂੰ ਵੀ ਨਹੀਂ ਉੱਪਰ ਧੱਕਾ ਲੱਗਣਾਗਾ। ਜਿਹੜਾ ਓਨਰ ਆਪਰੇਟਰ ਲਈ ਪ੍ਰਪੋਜ਼ਡ ਰੇਟ ਆ $1.25 ਸੈਂਟ ਘੱਟੋ ਘੱਟ ਹੋਣਾ ਚਾਹੀਦਾ ਆਫਟਰ ਫਿਊਲ, ਇੰਸ਼ੋਰੈਂਸ ਤੇ ਪਲੇਟਾਂ। $1.25 ਸੈਂਟ। ਉਸ ਤੋਂ ਬਾਅਦ ਮੁੱਦੇ ਹੋਰ ਵੀ ਬਹੁਤ ਨੇ, ਜਿਹੜੇ ਕਿ ਜਿਵੇਂ ਬਾਰਡਰ ਕ੍ਰਾਸਿੰਗ ਦਾ ਅੱਗੇ ਪੇ ਹੁੰਦਾ ਸੀ, ਅੱਜ ਕੱਲ੍ਹ ਉਹ ਪੇ ਹੋਣੋਂ ਹਟ ਗਿਆ। ਵੇਟਿੰਗ ਟਾਈਮ ਜਿਹੜੇ ਆ ਬਾਰਡਰ ਦੇ ਉੱਤੇ ਕੋਈ ਖੱਜਲ ਹੁੰਦਾ ਉਹ ਨਹੀਂ ਪੇ ਹੁੰਦਾ। ਵੇਟਿੰਗ ਟਾਈਮ ਸ਼ਿਪਰ ਦੇ ਉੱਤੇ, ਜੇ ਤਾਂ ਅੱਧਾ ਘੰਟਾ ਲੇਟ ਪਹੁੰਚ ਜਾਂਦੇ ਹੋ ਤਾਂ ਕੰਪਨੀ ਕਹਿ ਦਿੰਦੀ ਸ਼ਿਪਰ ਨੇ 200 ਕੱਟ ਲਿਆ, 300 ਕੱਟ ਲਿਆ, ਠੀਕ ਹੈ? ਤੇ ਜੇ ਤੁਹਾਨੂੰ ਸ਼ਿਪਰ ਬਿਠਾ ਲਵੇ 3 ਘੰਟੇ, ਤਾਂ 2 ਘੰਟੇ ਤੁਹਾਨੂੰ ਪੇ ਨਹੀਂ ਹੋਣੇ, ਅਗਲੇ ਘੰਟੇ ਦਾ $30 ਫੜਾ ਦਿੰਦੇ ਰਹੂੰਗਾ, ਠੀਕ ਹੈ? ਸਾਡੇ 3 ਘੰਟਿਆਂ ਦੀ ਕੀਮਤ $30, ਉਹਨਾਂ ਦਾ ਅੱਧਾ ਘੰਟਾ ਵੇਸਟ ਹੋ ਗਿਆ, ਉਹਦੀ ਕੀਮਤ $300। ਕਿੱਡੀ ਵੱਡੀ ਬੇਇਨਸਾਫੀ ਆ। ਅੱਛਾ, ਇੱਕ ਹੋਰ ਜਿਹੜਾ ਮੁੱਦਾ ਬਹੁਤ ਮੈਨੂੰ ਯਾਦ ਆਇਆ, ਬਹੁਤ ਜ਼ਰੂਰੀ ਆ। ਇੱਥੇ ਸਰਕਾਰਾਂ ਦੇ ਬੰਦੇ ਵੀ ਖੜੇ, ਇਹਨਾਂ ਨੂੰ ਵੀ ਪਤਾ ਹੋਣਾ ਕਿ ਜਿਹੜਾ ਡਰਾਈਵਰ ਇੰਕ ਮਾਡਲ
ਜਿਹੜਾ ਅਸੀਂ ਸਾਰੇ ਆਹ ਆਪਾਂ ਟੌਰ ਨਾਲ ਲੈ ਲੈਂਦੇ, HST ਵੀ ਲੈ ਲੈਂਦੇ, ਕਾਰਪੋਰੇਸ਼ਨ ਦੇ ਚੈੱਕ ਲੈ ਲੈਂਦੇ, ਤੁਹਾਨੂੰ ਪਤਾ ਹੋਊਗਾ ਇਹ ਖਤਮ ਹੋਣ ਜਾ ਰਿਹਾ। ਆਲਰੇਡੀ ਬਿੱਲ ਹੋ ਗਏ ਨੇ ਪਾਸ, ਠੀਕ ਹੈ, ਕਿਉਂਕਿ ਅੱਧੀਆਂ ਕੰਪਨੀਆਂ ਪੇਰੋਲ ਤੇ ਦਿੰਦੀਆਂ ਸੀ, ਅੱਧੀਆਂ ਕੰਪਨੀਆਂ ਕਾਰਪੋਰੇਸ਼ਨ ਤੇ ਦਿੰਦੀਆਂ ਸੀਗੀਆਂ। ਜਿਹੜੀਆਂ ਪੇਰੋਲ ਤੇ ਦਿੰਦੀਆਂ ਸੀ ਉਹ ਤੰਗ ਸੀ ਉਹਨਾਂ ਤੋਂ, ਉਹਨਾਂ ਨੇ ਆਪ ਦਾ ਜ਼ੋਰ ਵਿਖਾ ਕੇ ਇਹ ਰੂਲ ਕਰਾ ਲਿਆ ਪਾਸ। ਐਨਫੋਰਸਮੈਂਟ ਜਾਰੀ ਹੈ ਉਹਦੀ। ਕੰਪਨੀਆਂ ਨੂੰ ਜਿਹੜੇ ਕਾਰਪੋਰੇਸ਼ਨ ਤੇ ਕੱਟ ਰਹੀਆਂ ਨੇ ਚੈੱਕ, ਉਹਨਾਂ ਨੂੰ ਫਾਈਨ ਹੋਣੇ ਸ਼ੁਰੂ ਹੋ ਗਏ ਆ। ਜੇ ਫਾਈਨ ਹੋਣੇ ਸ਼ੁਰੂ ਹੋ ਗਏ ਤਾਂ ਮਤਲਬ ਬਿੱਲ ਪਾਸ ਹੈ, ਰੂਲ ਬਣ ਗਿਆ, ਹੌਲੀ ਹੌਲੀ ਉਹ ਰੂਲ ਨੇ ਲਾਗੂ ਹੋ ਜਾਣਾ। ਸੋ ਮੈਂ ਇੱਕ ਹਾਂ ਦਾ ਨਾਰਾ ਲੈਣਾ ਚਾਹੁੰਦਾ ਤੁਹਾਡੇ ਤੋਂ ਵੀ ਸਾਰੇ ਆਪਣੇ ਜਿੰਨੇ ਵੀਰ ਭਰਾ ਇੱਥੇ ਅੱਜ ਇਕੱਠੇ ਹੋਏ ਆ, ਆਪਣੇ ਹੱਕਾਂ ਵਾਸਤੇ ਇਕੱਠੇ ਹੋਏ ਆ, ਕੀ ਉਹ ਐਸੋਸੀਏਸ਼ਨ ਬਣਾਉਣ ਲਈ ਉਹ ਸਾਨੂੰ ਆਗਿਆ ਦਿੰਦੇ ਆ? ਬਿਲਕੁਲ ਜੀ, ਬਿਲਕੁਲ। ਅਜੇ ਕੋਈ ਹੱਥ ਸਾਰੇ ਖੜੇ ਹੋਏ ਨਹੀਂਗੇ। ਇਹਦੇ ਨਾਲ ਇੱਕ ਜਕਾਰਾ ਲੱਗੇ ਆ ਜੀ ਬੁਲਾਉਣ, ਬੋਲੇ ਸੋ ਨਿਹਾਲ। ਲਓ ਜੀ, ਅੱਜ ਤੋਂ ਕੈਨੇਡੀਅਨ ਟਰੱਕਰ ਐਸੋਸੀਏਸ਼ਨ, ਜੇ ਅਨਲੈਸ ਅਕਾਊਂਟੈਂਟ ਤੋਂ ਪਤਾ ਕਰਾਂਗੇ ਕੋਈ ਨਾਂ ਰਜਿਸਟਰਡ ਜੇ ਹੋਇਆ ਇਸ ਨਾਂ ਦੇ ਉੱਤੇ, ਤੇ ਫਿਰ ਥੋੜਾ ਬਹੁਤ ਚੇਂਜ ਕਰਨਾ ਪਊਗਾ। ਮੇਰੇ ਖਿਆਲ ਐਸੋਸੀਏਸ਼ਨ ਨਹੀਂ ਕੋਈ ਰਜਿਸਟਰ ਹੈਗੀ। ਫਿਰ ਇਹਦੇ ਵਿੱਚ ਜੇ ਵੇਖੋ, ਇਹਦੇ 'ਚ ਸਿਰਫ ਤੇ ਸਿਰਫ ਤੁਸੀਂ ਮਨੀ ਓਨੀ ਕੁ ਪਾਉਣੀ ਆ, ਜਿਹੜੀ ਮਨੀ ਆਪਾਂ ਚਾਹ ਕੌਫੀ ਲੈਣ ਵਾਸਤੇ ਆਪਾਂ ਇਦਾਂ ਹੀ ਸੁੱਟ ਦਿੰਦੇ ਆ। ਦੂਜੀ ਗੱਲ ਮੈਂ ਅੱਗੇ ਦੱਸ ਚੁੱਕਾ ਆ ਵੀ ਇਹਦੇ ਵਿੱਚ ਕਵਰ ਕੀ ਕੁਝ ਹੋਣਾ ਆ, ਉਹ ਤੁਹਾਨੂੰ ਪੇਜ ਦੇ ਉੱਤੇ ਵੀ ਬਿਲਕੁਲ ਸਾਰਾ ਕੁਝ ਵਕੀਲਾਂ ਦੇ ਥਰੂ, ਅਕਾਊਂਟੈਂਟ ਦੇ ਥਰੂ ਸਾਰਾ ਕੁਝ ਪਾਇਆ ਜਾਊਗਾ। ਜੇ ਅਨਲੈਸ ਕਿਸੇ ਵੀਰ ਭਰਾ ਦੀ ਸੜਕ ਹਾਦਸੇ ਦੇ ਵਿੱਚ ਮੌਤ ਵੀ ਹੁੰਦੀ ਆ, ਉਹਦੇ ਚੋਂ ਵੀ ਆਪਾਂ ਉਹਨਾਂ ਪਰਿਵਾਰਾਂ ਨੂੰ ਹਰ ਤਰੀਕੇ ਦੀ ਮਦਦ ਕੀਤੀ ਜਾਊਗੀ। ਤੇ ਉੱਥੇ ਕੋਈ ਸਨਾਵਰ ਢੱਲੋਂ, ਕੋਈ ਗਗਨ ਸੰਧੂ, ਕੋਈ ਵੀ ਬੰਦਾ ਫੋਟੋ ਖਿਚਾ ਕੇ ਫੇਸਬੁੱਕ ਤੇ ਨਹੀਂ ਪਾ ਸਕਦਾ। ਤੇ ਇਹਦੀ ਜਿਹੜੀ ਆਪਾਂ ਅੱਜ ਦਾ ਵੀ ਬਜਟ ਜਿੱਦਾਂ ਰੱਖਿਆ $0 ਆ, ਕੋਈ ਬਜਟ ਨਹੀਂ ਆ ਜੀ ਅੱਜ ਦਾ। ਜਾਂਦੇ ਹੋਏ ਤੁਹਾਨੂੰ ਕਿਤੇ ਵੀ ਕੋਈ ਪੇਜ ਇਹੋ ਜਿਹਾ ਮਿਲ ਜਾਵੇ ਮੇਰੇ ਨਾਂ ਤੇ ਜਾਂ ਟਰੱਕਰ ਐਸੋਸੀਏਸ਼ਨ ਦੇ ਨਾਂ ਤੇ, ਜਿੱਥੇ ਥੱਲੇ ਪੈਸੇ ਲਿਖੇ ਹੋਣ। ਮੈਂ ਇੱਥੇ ਕਲੀਅਰ ਕਰ ਦੇਣੀ ਚਾਹੁੰਦਾ ਗੱਲ, ਕੋਈ ਵੀ ਐਸੋਸੀਏਸ਼ਨ ਦੇ ਨਾਂ ਦੇ ਉੱਤੇ ਤੁਹਾਡੇ ਕੋਲੋਂ ਪੈਸਾ ਮੰਗੇ ਜਾਂ ਜਾਂਦੀ ਵਾਰ ਇੱਥੇ ਵੀ ਕਿਸੇ ਦੇ ਜੇਬ 'ਚ ਕੋਈ ਕਵੇ ਕਿ ਇਹਦਾ ਨਾਲ ਸੀਗਾ ਬੰਦਾ, ਕੋਈ ਖਰਚਾ ਆਇਆ ਕੋਈ 150, ਕਿਉਂਕਿ ਆਪਾਂ ਪਲੇ ਹੀ ਇਸੇ ਕਰਕੇ ਆ, ਵੱਡੇ ਹੀ ਇਸੇ ਕਰਕੇ ਹੋਏ ਆ ਜੀ। ਆਪਾਂ ਦਾਨ ਬਹੁਤ ਕਰਦੇ ਆ, ਇਹ ਚੰਗੀ ਗੱਲ ਹੈ, ਕੋਈ ਮਾੜੀ ਨਹੀਂ ਆ। ਪਰ ਜਿੱਥੇ ਲੋੜ ਨਹੀਂ ਆ ਉੱਥੇ ਨਹੀਂ ਦੇਣ ਦੀ ਲੋੜ। ਕਿ ਜਿਹੜਾ 410 ਬਣਾਇਆ ਆ ਉਹ ਉੱਥੇ ਜੂਨੀਅਰ ਵੀ ਲਾਇਆ ਸੀ ਕਿ ਜਾਂ ਉਦਾਂ ਹੀ ਬਸ ਐਵੇਂ ਫੜ ਕੇ ਕਿਸੇ ਨੂੰ ਲਾਤਾ ਵੀ ਇੱਧਰ ਨੂੰ ਵਟਾਂ ਚਾੜ ਦਿਓ ਦੂਜੇ ਬੰਦੇ ਨੂੰ, ਤੇ ਕੋਈ ਗੱਲ ਨਹੀਂ। ਜਦੋਂ ਤੁਸੀਂ ਘਰ ਨੂੰ ਸ਼ਾਮੀ 5 ਵਜੇ 6 ਵਜੇ ਜਾਂਦੇ ਆ 410 ਦੇ ਉੱਤੋਂ ਤੁਸੀਂ ਘਰ ਨਹੀਂ ਜਾ ਸਕਦੇ, ਘੱਟੋ ਘੱਟ 1.5 ਘੰਟਾ ਤੁਸੀਂ ਖੱਜਲ ਹੁੰਦੇ ਆ। ਉਹਦਾ ਰੀਜ਼ਨ ਇਹ ਆ ਕਿ ਇੱਕ ਵਾਰੀ ਐਗਜ਼ਿਟ ਕੱਢ ਲੈਂਦਾ ਕੋਈ, ਉਹੀ ਅੱਗੋਂ ਦੀ ਜਾ ਕੇ ਮਰਜ ਹੁੰਦਾ ਆ। ਸ਼ਿਕਾਗੋ ਦੇ ਵਿੱਚ ਜਿੱਦਾਂ ਪਲਾਸਟਿਕ ਦੇ ਹਾਰਡ ਪੋਲ ਲੱਗੇ ਆ, ਉਹ ਇਸ ਕਰਕੇ ਲੱਗਿਆ ਕਿ ਇੱਕ ਵਾਰੀ ਬੰਦਾ ਐਗਜ਼ਿਟ ਕੱਢ ਗਿਆ, ਉਹ ਦੁਬਾਰੇ ਹਾਈਵੇ ਦੇ ਵਿੱਚ ਨਹੀਂ ਵੜ ਸਕਦਾ। ਸਾਨੂੰ ਅਗਲੀ ਰੈਲੀ ਦੀ ਜਿਹੜੀ ਅਨਾਉਂਸਮੈਂਟ ਹੈ ਉਹ ਕਰਨੀ ਪੈਣੀ ਆ। ਵੈਦਰ ਵੀ ਥੋੜਾ ਖਰਾਬ ਹੋਣ ਡਿਆ। ਬਸ ਇੱਕ ਤੁਹਾਡਾ ਹਾਂ ਦਾ ਨਾਰਾ ਚਾਹੀਦਾ। 28 ਅਗਸਤ ਦਿਨ ਸ਼ਨੀਵਾਰ, 28 ਬਣਦੀ ਹੈ ਜੀ, 28 ਅਗਸਤ ਦਿਨ ਸ਼ਨੀਵਾਰ, ਉਦਣ ਆਹ ਕੰਮ ਨਹੀਂ ਹੋਣਾ। ਉਦਣ ਰੈਲੀ ਰੱਖੀ ਜਾਊਗੀ, ਚੰਗੀ ਭਰਵੀਂ ਰੈਲੀ ਰੱਖੀ ਜਾਊਗੀ। ਜੇ ਕੋਈ ਆਪਣਾ ਟਰੱਕ ਟ੍ਰੇਲਰ ਕੁਛ ਵੀ ਲਿਆਉਣਾ ਚਾਹੁੰਦਾ ਆ ਉਹਦੇ ਵਿੱਚ ਲੈ ਕੇ ਆਵੇ, ਕਿਉਂਕਿ ਉਹ ਰੋਡ ਰੈਲੀ ਹੋਊਗੀ, ਉਹ ਕਿਸੇ ਪਲਾਜ਼ੇ ਦੀ ਰੈਲੀ ਨਹੀਂ ਹੋਊਗੀ। ਠੀਕ ਆ ਜੀ। ਕੁਈਨਜ਼ ਪਾਰਕ ਜਿੱਥੇ ਅਸੈਂਬਲੀ ਆ ontario ਦੀ, ਜਿਹੜੀ ਇਹ ਕਰਨੀ ਚਾਹੁੰਦਾ ਵੀ ਜਿਹੜੀ ਆਪਾਂ ਅਗਲੀ 28 ਤਰੀਕ ਦਾ ਕਾਲ ਦਿੱਤੀ ਆ, ਇਹਨਾਂ ਦੀ ਹਜ਼ੂਰੀ ਦੇ ਵਿੱਚ ਦਿੱਤੀ ਆ। ਸੋ ਇਹ ਜਿਹੜੀ ਕਾਲ ਆ ਉਹਦੇ ਵਿੱਚ ਇੱਕ ਲਾਮਬੰਦ ਹੋ ਕੇ ਆਇਓ। ਸ਼ਨੀਵਾਰ ਦਾ ਦਿਨ ਹੋਊਗਾ, ਉਦੋਂ ਬਾਅਦ ਭਾਵੇਂ ਉਹ ਰੈਲੀ ਚੱਲੇ ਸਾਡੀ ਅਗਲੇ ਸ਼ਨੀਵਾਰ ਤੱਕ, ਭਾਵੇਂ ਚੱਲੇ ਸਾਡੀ ਉਦੋਂ ਵੀ ਅਗਲੇ ਸ਼ਨੀਵਾਰ ਤੱਕ, ਜਿੰਨਾ ਚਿਰ ਸਾਡੀਆਂ ਮੰਗਾਂ ਜਿਹੜੀਆਂ ਨਾ ਮੰਗੀਆਂ ਜਾਣਗੀਆਂ, ਅਸੀਂ ਆਪਣੇ ਟਰੱਕ ਟ੍ਰੇਲਰ ਰੋਡ ਤੇ ਕੰਮ ਦੇ ਵਜੋਂ ਨਹੀਂ ਉਹ ਲੈ ਕੇ ਜਾਣੇ। ਬ੍ਰੈਂਪਟਨ ਤੋਂ ਕੈਮਰਾਮੈਨ ਮਨਦੀਪ ਪੁਨੀਆ ਤੇ ਰੀਤਿੰਦਰ ਦੇ ਨਾਲ ਅਰਸ਼ਪ੍ਰੀਤ ਕੌਰ ਦੀ ਰਿਪੋਰਟ, ਹਮਦਰਦ ਨਿਊਜ਼।